ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਸੰਗਤਾਂ ਕਰੋ ਸਾਰੇ ਮਿਲ ਕੇ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਸੁਖਮਨੀ ਸਾਹਿਬ ਦੀ ਕਥਾ ਪ੍ਰਾਰੰਭ ਕਰਨ ਲੱਗੇ ਹਾਂ। ਆਪ ਜੀ ਨੇ ਸਮੱਤ ਬਖਸ਼ਣੀ, ਬੁੱਧੀ ਬਖਸ਼ਣੀ, ਬੋਲਣ ਦਾ ਬਲ ਬਖਸ਼ਣਾ, ਤੰਦਰੁਸਤੀਆਂ ਦੇਣੀਆਂ, ਸੰਗਤ ਨੂੰ ਸੁਣਨ ਦਾ ਤੇ ਕਮਾਉਣ ਦਾ ਬਲ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਨੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਮਨ ਦੇ ਵਿੱਚ ਇਕਾਗਰਤਾ ਟਿਕਾਓ, ਰਸ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ। ਗੌੜੀ ਰਾਗ ਦੇ ਵਿੱਚ 262 ਅੰਗ ਤੇ ਜਿੱਥੇ 52 ਅੱਖਰੀ ਦੀ ਸਮਾਪਤੀ ਹੁੰਦੀ ਆ ਕੇ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਇੱਥੇ ਹੀ ਲਿਖਿਆ ਹੋਇਆ ਮਹਾਰਾਜ ਨੇ। ਇਹੋ ਸ਼ਲੋਕ ਆਦਿ ਪੜ੍ਹਨਾ। ਸੁਖ ਮਨੀ, ਸੁੱਖਾਂ ਦੀ ਮਣੀ, ਸੁੱਖ ਨੂੰ ਪ੍ਰਕਾਸ਼ ਕਰਨ ਵਾਲੀ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤੇ ਕਿਰਪਾ ਕਰ ਰਹੇ ਨੇ। ਆਪਣੇ ਅਵਤਾਰ ਦਿਹਾੜੇ ਤੇ ਆਪਾਂ ਨੂੰ ਬਹੁਤ ਸੁੰਦਰ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਤੋਂ ਭਾਵ ਪਹਿਲਾਂ ਸ਼ਲੋਕ ਹੋਵੇਗਾ, ਫਿਰ ਅਸ਼ਟਪਦੀ 8 ਪੌੜੀਆਂ ਦੀ ਹੋਵੇਗੀ। ਸ਼ਲੋਕ 2 ਪੰਕਤੀਆਂ ਦਾ ਹੁੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਅਕਾਲ ਪੁਰਖ ਵਾਹਿਗੁਰੂ ਤੋਂ ਬਖਸ਼ਿਸ਼ ਮੰਗੀ ਹੈ। ਓੰਕਾਰ ਕੇਵਲ ਇੱਕੋ ਇੱਕ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਓੰਕਾਰ ਦੀ ਪ੍ਰਾਪਤੀ ਹੈ। ਸੋ ਪਹਿਲਾਂ ਆਪਣੇ ਸਤਿਗੁਰੂ ਨੂੰ, ਇਹ 'ਚ ਦੋਨੋਂ ਹੀ ਭਾਵ ਨੇ ਕਿ ਪਹਿਲਾਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਬਣ ਜਾਂਦਾ ਹੈ। ਜਿਵੇਂ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। 3 ਕਾਲ ਨੇ। ਤਿੰਨਾਂ ਕਾਲਾਂ ਵਿੱਚ ਇੱਕ ਚੌਥੀ ਚੀਜ਼ ਹੈ ਆਦਿ ਸੱਚ। ਆਦਿ ਤੋਂ ਜੋ ਮੁੱਢ ਤੋਂ ਲੈ ਕੇ ਸੱਚ ਸਰੂਪ ਹੈ ਵਾਹਿਗੁਰੂ। ਜੁਗਾਦ ਸੱਚ ਜੋ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ। ਹੈ ਵੀ ਸੱਚ ਜੋ ਹੁਣ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਸੱਚ ਹੀ ਰਹਿਣਗੇ। ਇਸੇ ਪ੍ਰਕਾਰ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਕਹਿੰਦੇ ਆਦਿ ਗੁਰੇ ਨਮਹਿ। ਆਦਿ ਤੋਂ ਲੈ ਕੇ ਜੋ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਨੇ ਉਹਨਾਂ ਨੂੰ ਨਮਸਕਾਰ ਹੈ ਮੇਰੀ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਦਿ ਗੁਰੂ ਨੇ। ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਆਪ ਅਕਾਲ ਪੁਰਖ ਵਾਹਿਗੁਰੂ ਤੋਂ ਮੂਲ ਮੰਤਰ ਦੀ ਦਾਤ ਪ੍ਰਾਪਤ ਕੀਤੀ ਹੈ। ਸੋ ਇਸ ਕਰਕੇ ਜੁਗਾਦ ਗੁਰ ਏ ਨਮਹਿ, ਜੋ ਯੁੱਗਾਂ ਦੇ ਸ਼ੁਰੂ ਵਿੱਚ ਵੀ ਸਨ ਅਕਾਲ ਪੁਰਖ ਵਾਹਿਗੁਰੂ ਜੁਗਾਦ ਸੱਚ, ਉਹਨਾਂ ਤਾਂ ਹੀ ਮੇਰੀ ਨਮਸਕਾਰ ਹੈ। ਸਤਿਗੁਰ ਏ ਨਮਹਿ, ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ, ਮੇਰੇ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ, ਉਹਨਾਂ ਨੂੰ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮਹਿ। ਹੈ ਵੀ ਸੱਚ ਰੂਪ ਹੋ ਕੇ ਸਤਿਗੁਰ ਏ ਨਮਹਿ, ਨਾਨਕ ਹੋਸੀ ਵੀ ਸੱਚ ਹੋਣ ਕਰਕੇ ਸ੍ਰੀ ਗੁਰਦੇਵ ਏ ਨਮਹਿ। ਸ੍ਰੀ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਤਾਂ ਹੀ ਨਮਸਕਾਰ ਕਰਦਾ। ਆਦਿ ਗੁਰ ਏ ਨਮਹਿ। ਆਦਿ ਜੋ ਪਹਿਲੇ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੂੰ ਪਹਿਲਾਂ ਮਨਾ ਲਵਾਂ। ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਜਿੰਨੇ ਜਿੰਨੇ ਸਤਿਗੁਰੂ ਹੋਏ ਪਹਿਲਾਂ, 10ਵੇਂ ਪਾਤਸ਼ਾਹ ਮਹਾਰਾਜ ਨੇ ਪਹਿਲੇ 9 ਸਰੂਪਾਂ ਦੀ ਉਪਮਾ ਕੀਤੀ ਹੈ, ਉਹਦੇ ਵਿੱਚ ਆਪਣੀ ਨਹੀਂ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਇੱਥੇ ਵੀ ਇਸੇ ਪ੍ਰਕਾਰ ਮਹਾਰਾਜ ਮੰਗਲ ਕਰਦੇ ਨੇ ਕਿ ਪਹਿਲਿਆਂ ਸਤਿਗੁਰਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਸਾਡੀ ਨਮਸਕਾਰ ਹੈ। ਮੱਥਾ ਟੇਕਦੇ ਹਾਂ, ਉਹਨਾਂ ਦਾ ਆਸ਼ੀਰਵਾਦ ਲੈਂਦੇ ਹਾਂ। ਆਪ ਜੀ ਨੇ ਜਦੋਂ 52 ਅੱਖਰੀ ਬਾਣੀ ਪ੍ਰਾਰੰਭ ਕੀਤੀ ਉਦੋਂ ਵੀ ਇਹੀ ਕਿਹਾ ਸੀ ਓਮ ਸਾਧ ਸਤਿਗੁਰ ਨਮਸਕਾਰੰ, ਆਦ ਮੱਧ ਅੰਤ  ਇੱਥੇ ਵੀ ਹੁਣ ਮੱਥਾ ਟੇਕਦੇ ਨੇ
क्योंकि 52 ਅੱਖਰੀ ਵਿੱਚ ਜਿਵੇਂ आपने कहा ना, ओम साध सतगुर नमस्कारन। वाहिगुरु ਨੂੰ ਮੱਥਾ ਟੇਕਦੇ ਆ, सतगुरु जी ਨੂੰ ਮੱਥਾ ਟੇਕਦੇ ਆ, महात्मा जनां ਨੂੰ नमस्कार ਕਰਦੇ ਆ, ਸਾਧ ਸੰਗਤ ਨੂੰ। क्योंकि जिन्नी निमरता सतगुरु ਦੇ ਵਿੱਚ ਹੈ, ਇੰਨੀ ਨਿਮਰਤਾ ਆਉਣੀ ਔਖੀ ਹੈ। महाराज जी ਤਾਂ ਬਹੁਤ ਹੀ ਸਤਿਕਾਰ ਕਰਦੇ ਹਨ ਇੱਕ ਇੱਕ ਗੁਰਸਿੱਖ ਦਾ, ਸਾਧ ਸੰਗਤ ਦਾ, ਬਾਣੀ ਪੜ੍ਹਨ ਵਾਲਿਆਂ ਦਾ। ਹੁਣ ਇੱਥੇ ਜੁਗਾਦ ਗੁਰ ਏ ਨਮਹਿ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ। ਸਤਿਗੁਰ ਏ ਨਮਹਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾਂ ਹੀ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮਹਿ। ਗੁਰਦੇਵ ਅੱਖਰ ਜ਼ਿਆਦਾ ਚੌਥੇ ਪਾਤਸ਼ਾਹ ਲਈ ਵਰਤਿਆ ਹੈ ਗੁਰੂ ਅਰਜਨ ਦੇਵ ਜੀ ਨੇ। ਇਸ ਕਰਕੇ ਚੌਥੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਨੇ। ਇਸ ਤਰ੍ਹਾਂ ਆਪੋ ਆਪਣਾ ਹਿਸਾਬ ਹੈ ਹਰੇਕ ਦਾ ਅਰਥ ਕਰਨ ਦਾ। ਘੁਮਾ ਫਿਰਾ ਕੇ ਕੋਈ ਕਿਵੇਂ ਕਰਦਾ, ਕੋਈ ਕਿਵੇਂ ਕਰਦਾ, ਪਰ ਇਹ ਸਿੱਧੇ ਜਿਹੇ ਹਿਸਾਬ ਨਾਲ ਅਰਥ ਨੇ ਕਿ ਵੀ ਪਹਿਲੇ 4 ਸਰੂਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ। ਵੈਸੇ ਤਾਂ ਸਤਿਗੁਰੂ ਨੇ ਨਮਸਕਾਰ ਪਹਿਲਾਂ ਹੀ ਕਰਤੀ ਅਕਾਲ ਪੁਰਖ ਨੂੰ। ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ। ਫਿਰ ਸਰੂਪਾਂ ਨੂੰ ਪਹਿਲਿਆਂ 4 ਨੂੰ ਨਮਸਕਾਰ ਹੈ। ਮਹੱਲਾ 5ਵਾਂ ਆਪ ਜੀ ਦਾ ਉੱਪਰ ਨਾਮ ਆ ਚੁੱਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਆਪਾਂ ਨਮਸਕਾਰ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਅੱਜ ਦੀ ਬਾਣੀ ਵਿੱਚ ਇਸ ਤਰ੍ਹਾਂ ਸੰਬੋਧਨ ਕਰਦੇ ਨੇ ਕਿ ਆਪਣੇ ਉੱਤੇ ਟਿਕਾਉਂਦੇ ਨੇ ਚੀਜ਼ ਨੂੰ, ਤਾਂ ਕਿ ਉੱਤਮ ਜਗਿਆਸੂ ਹੋ ਕੇ ਉਪਦੇਸ਼ ਕਰਦੇ ਨੇ ਆਪਾਂ ਨੂੰ। ਉੱਤਮ ਮੱਧਮ ਤੇ ਕਨਿਸ਼ਟ ਜਗਿਆਸੂ ਜਿਹੜੇ ਹੁੰਦੇ ਨੇ, ਬਖਤਾ ਹੁੰਦਾ ਹੈ। ਉੱਤਮ ਬਖਤਾ ਤੇ ਮੱਧਮ ਬਖਤਾ, ਕਨਿਸ਼ਟ ਬਖਤਾ। ਉੱਤਮ ਬਖਤਾ ਜਿਹੜਾ ਹੁੰਦਾ ਹੈ ਉਹ ਇਸ ਗੱਲੋਂ ਸ਼੍ਰੋਮਣੀ ਹੁੰਦਾ ਹੈ, ਉਹ ਦੂਜੇ ਨੂੰ ਕਦੇ ਨਹੀਂ ਕਹਿੰਦਾ। ਦੂਜੇ ਨੂੰ ਤਰੀਕੇ ਨਾਲ ਐਸਾ ਸਮਝਾਉਂਦਾ ਕਿ ਆਪਣੇ ਉੱਤੇ ਗੱਲ ਟੁਕਾ ਲੈਂਦਾ। ਮੱਧਮ ਥੋੜ੍ਹਾ ਜਿਹਾ ਸਖਤੀ ਨਾਲ ਕਹਿ ਦਿੰਦਾ, ਅਤੇ ਕਨਿਸ਼ਟ ਦਾ ਤਾਂ ਬੋਲਣਾ ਹੀ ਮਾੜਾ ਹੁੰਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਉੱਤਮ ਬਖਤਾ ਹੋਣ ਦੀ ਨਿਸ਼ਾਨੀ ਕੀ ਦਿੱਤੀ ਹੈ? ਮਹਾਰਾਜ ਕਹਿੰਦੇ ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਇਹ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਸੰਗਤ ਦੇ ਦਿਓ ਮੈਨੂੰ, ਤੇ ਮੇਰਾ ਵੀ ਭਲਾ ਹੋ ਜਾਵੇ ਉਹਨਾਂ ਨਾਲ ਮਿਲ ਕੇ। ਹੁਣ ਇੱਥੇ ਸਤਿਗੁਰੂ ਆਪਣਾ ਉੱਤਮ ਬਖਤਾ ਹੋਣ ਦਾ ਪ੍ਰਮਾਣ ਦਿੰਦੇ ਨੇ। ਸਤਿਗੁਰੂ ਇਸੇ ਕਰਕੇ ਪਹਿਲਾਂ ਆਪ ਕਹਿਣਗੇ ਅਸ਼ਟਪਦੀ 8 ਪੌੜੀਆਂ ਤੇ 10-10 ਪੰਕਤੀਆਂ ਹੋਣਗੀਆਂ। ਹੁਣ ਮਹਾਰਾਜ ਜੀ ਇਹ ਤੇ ਨਹੀਂ ਆਪਾਂ ਨੂੰ ਸੰਬੋਧਨ ਕਰਦੇ ਹੁੰਦੇ ਤਾਂ ਫਿਰ ਬਾਅਦ ਚ ਨਾ ਕਹਿੰਦੇ ਕਿ ਉਨ ਸੰਗ ਮੋਹਿ ਉਧਾਰੋ। ਭਾਵੇਂ ਵੀ ਬਿੰਦੀ ਦੀ ਵਰਤੋਂ ਇੱਥੇ ਹੈ ਨਹੀਂ ਗੀ ਮਹਾਰਾਜ ਦੇ ਸਰੂਪ ਵਿੱਚ। ਆਪਣੇ ਆਪ ਨੂੰ ਸੰਬੋਧਨ ਕਰਦਿਆਂ ਤਾਂ ਕਹਿੰਦੇ ਨੇ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਿ ਮੈਂ ਅਕਾਲ ਪੁਰਖ ਦੇ ਨਾਮ ਨੂੰ ਮਾਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਿਮਰਦਾ ਹਾਂ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਦਾ ਹਾਂ। ਕਿਉਂਕਿ ਗੁਰੂ ਘਰ ਦੀ ਮਰਿਆਦਾ ਹੈ ਕਿ ਆਪ ਜਪੈ ਅਵਰ ਹੈ ਨਾਮ ਜਪਾਵੈ। ਮਹਾਰਾਜ ਜੀ ਤਾਈਓ ਆਪਾਂ ਨੂੰ ਕਹਿੰਦੇ ਨੇ ਕਿ ਮੈਂ ਤਾਂ ਭਾਈ ਸਿਮਰਨ ਕਰਕੇ ਸੁਖ ਪਾਉਂਦਾ ਹਾਂ। ਹੁਣ ਇਹ ਗੱਲ ਉਲਟ ਕੇ ਆਪਣੇ ਤੇ ਆ ਜਾਣੀ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਕਹਿੰਦੇ ਮੈਂ ਸਿਮਰਨ ਕਰਕੇ ਜਦੋਂ ਸੁਖ ਪਾਉਂਦਾ ਹਾਂ, ਅੰਦਰਲਾ ਅੰਤਰੀਵ ਆਨੰਦ, ਤਾਂ ਸਾਰੀਆਂ ਸੰਗਤਾਂ ਵੀ ਸਿਮਰਨ ਕਰਕੇ ਸੁਖ ਪਾਵੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਪਾਂ ਨੂੰ ਹੁਣ ਮਹਾਰਾਜ ਨੇ ਕਹਿ ਹੀ ਦਿੱਤਾ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਤਾਂ ਆਪਾਂ ਹੁਣ ਇਹ ਕੱਲ ਨੂੰ ਨਹੀਂ ਕਰਨਾ। ਕਾਲ ਕਰੰਤਾ ਅਭੈ ਕਰ ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜਾਂ ਸਿਰ ਪੈ ਆਵੇ ਕਾਲ। ਕੀ ਮਹਾਰਾਜ ਹੁਣ ਅਸੀਂ ਘਰ ਜਾ ਕੇ ਜਪਾਂਗੇ? ਕੀ ਪਤਾ
ਮਤ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਇਸ ਕਰਕੇ ਅਸੀਂ ਹੁਣੇ ਹੀ 5 ਵਾਰੀ ਵਾਹਿਗੁਰੂ ਕਹਿ ਲਿਆ, ਸਾਰਿਆਂ ਨੇ ਮਿਲ ਕੇ ਆਖਿਆ ਤਾਂ ਕਰੋੜਾਂ ਗੁਣਾ ਮਹਾਤਮ ਬਣ ਗਿਆ। ਕਲ ਕਲੇਸ਼ ਤਨ ਮਾਹਿ ਮਿਟਾਵੋ। ਜਿਹੜੇ ਮਨ ਦੇ ਅੰਦਰ ਨੇ, ਸਰੀਰ ਦੇ ਵਿੱਚ ਨੇ, ਆਦੀਆਂ ਵਿਆਦੀਆਂ ਉਪਾਦੀਆਂ, ਕਲਾ ਕਲੇਸ਼, ਵਿਦਿਆ ਅਸਮਤਾ, ਅਭਿਨਵੇਸ਼, ਰਾਗ ਤੇ ਦਵੈਸ਼, ਇਹ 5 ਕਲੇਸ਼ ਇਹ ਖੜੇ ਕੀਤੇ ਹੋਏ ਨੇ। ਕਲੇਸ਼ ਕਿਹਨਾਂ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਿਹੜੇ ਸਰੀਰ ਦੇ ਅੰਦਰ ਕਲੇਸ਼ ਪੈਦਾ ਕੀਤੇ ਹੋਏ ਨੇ, ਤਪਸ਼ ਪੈਦਾ ਕੀਤੀ ਹੋਈ ਹੈ। ਇਹ ਤਪਸ਼ ਕਰਕੇ ਜਿਹੜੀ ਬਿਮਾਰੀ ਪੈਦਾ ਹੋਈ ਹੈ ਸਰੀਰ ਦੇ ਅੰਦਰ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਸੋ ਮਹਾਰਾਜ ਕਹਿੰਦੇ ਨੇ ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿਹੜਾ ਸਰੀਰ ਦੇ ਵਿੱਚ ਹੈ ਨਾ, ਜਿੰਨਾ ਵੀ ਅਲਾਮਤਾਂ ਨੇ ਸਰੀਰ ਦੀਆਂ ਸਾਰੀਆਂ ਹੀ, ਜਿਵੇਂ ਮਹਾਰਾਜ ਬਚਨ ਕਰਦੇ ਨੇ, ਸ਼ਾਂਤ ਪਾਈ ਗੁਰ ਸਤ ਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਆਨੰਦ ਕਰਹੁ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਇਹ ਜਿਹੜੇ ਕਲ ਕਲੇਸ਼ ਮਿਟੇ ਹਰ ਨਾਏ। ਅੱਜ ਦੇ ਯੁੱਗ ਵਿੱਚ ਹਰੇਕ ਮਨੁੱਖ ਨੂੰ ਕੀ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਸਾਰੀ ਦੁਨੀਆ ਦੁਖੀ ਹੈ। ਇਹ ਕਲ ਕਲੇਸ਼ ਜਿਹੜੇ ਨੇ ਇਹ ਇਨਸਾਨ ਨੂੰ ਛੱਡਦੇ ਨਹੀਂ ਹਨ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨਾਲ ਇਹ ਬਚਨ ਕੀਤੇ ਸੀ। ਪਹਿਲਾਂ ਤਾਂ ਰਾਤ ਨੂੰ ਸਲਾਹ ਕਰਦੇ ਰਹੇ, ਕਹਿੰਦੇ ਭਾਈ ਗੁਰਦਾਸ ਕਲਯੁਗ ਦਾ ਭਿਆਨਕ ਸਮਾਂ ਹੈ। ਗੁਰਸਿੱਖ ਸੰਗਤਾਂ ਨੂੰ ਕੋਈ ਐਸੀ ਬਖਸ਼ਿਸ਼ ਕਰਨਾ ਚਾਹੁੰਦੇ ਹਾਂ। 24 ਘੰਟੇ ਗ੍ਰਸਤੀ ਬੰਦੇ ਸਿਮਰਨ ਨਹੀਂ ਕਰ ਸਕਦੇ, ਸ਼ਾਂਤੀ ਨਹੀਂ ਹੈ, ਕਲਾ ਕਲੇਸ਼ ਹੈ। ਪਹਿਲਿਆਂ ਯੁੱਗਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਵਤਾਰਾਂ ਨੇ ਲੋਕਾਂ ਨੂੰ ਦਿੱਤੀਆਂ, ਉਦੋਂ ਚੀਜ਼ਾਂ ਕਰਮ ਕਰਦੀਆਂ ਸੀ। ਪਰ ਕਲਯੁਗ ਦਾ ਸਮਾਂ ਇੰਨਾ ਭਿਆਨਕ ਹੈ, ਨਾ ਤਾਂ ਕਿਸੇ ਕੋਲ ਪੈਸੇ ਨੇ ਬਹੁਤ ਕਿ ਜੱਗ ਕਰ ਸਕੇ, ਦਾਨ ਕਰ ਸਕੇ, ਪੁੰਨ ਕਰ ਸਕੇ, ਨਾ ਕਿਸੇ ਕੋਲ ਸਮਾਂ ਸਿਮਰਨ ਕਰਨ ਦਾ। ਹੁਣ ਸਾਰਿਆਂ ਨਾਲੋਂ ਸ਼੍ਰੋਮਣੀ ਅਸੀਂ ਗੁਰਸਿੱਖਾਂ ਨੂੰ ਇਹ ਦਾਤ ਦੇਣੀ ਹੈ, ਇੱਕ ਬਾਣੀ ਸ੍ਰੀ ਸੁਖਮਨੀ ਸਾਹਿਬ, ਕਿ ਜਿਸ ਦੇ ਪੜ੍ਹਨ ਨਾਲ 24,000 ਸਵਾਸ ਹੀ ਸਫਲੇ ਹੋ ਜਾਣ। 24,000 ਸਵਾਸ ਸਫਲੇ ਤੇ ਗੁਰਸਿੱਖ ਕਲਾ ਕਲੇਸ਼ ਤੋਂ ਮੁਕਤ ਰਹੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਕਲ ਕਲੇਸ਼ ਤਨ ਮਾਹੇ ਮਿਟਾਵੋ। ਸਰੀਰ ਦੇ ਵਿੱਚੋਂ ਸਾਰੇ ਕਲਾ ਕਲੇਸ਼ ਹੀ ਮਿਟ ਜਾਣਗੇ। ਸਿਮਰੋ ਜਾਸ ਬਿਸਵੰ ਪਰ ਏਕੈ। ਮੈਂ ਉਸ ਨੂੰ, ਜਿਸ ਪਰਮੇਸ਼ਰ ਨੂੰ ਸਿਮਰਨ ਕਰਦਾ, ਜਿਸ ਦਾ ਮੈਂ, ਉਹ ਕੀ ਕਰਦਾ ਹੈ? ਬਿਸਵੰ ਪਰ ਏਕੈ। ਇਹ ਬਿਸਵੰ ਪਰ ਪਾਠ ਹੈ। ਕਦੇ ਕਦੇ ਤਾਂ ਪੈਰ ਵਿੱਚ ਵਾਹਵਾ ਲਾ ਦਿੰਦੇ ਨੇ ਆਪ ਜੀ, ਤੇ ਕਦੇ ਕਦੇ ਇਸ ਤਰ੍ਹਾਂ ਵੀ ਲਿਖ ਦਿੰਦੇ ਨੇ, ਸੱਸੇ ਔਂਕੜ ਉੱਤੇ ਟਿੱਪੀ ਲਾ ਕੇ। ਕਦੇ ਜੇ ਵਾਹਵਾ ਵੀ ਲਾ ਦੇਣ ਤਾਂ ਵੀ ਵਿਸਵੰ ਪਰ ਹੀ ਬਣਦਾ। ਵਿਸ਼ਵ ਦੇ ਪੇਟ ਨੂੰ ਭਰਨ ਵਾਲਾ, ਸਾਰੀ ਦੁਨੀਆ ਦੇ ਪੇਟ ਨੂੰ ਭਰਨ ਵਾਲਾ ਜੋ ਵਾਹਿਗੁਰੂ ਹੈ। ਸਿਮਰੋਂ ਜਾਸ ਵਿਸਵੰ ਪਰ ਏਕੈ। ਜਿਸ ਨੂੰ ਮੈਂ ਸਿਮਰਦਾ ਹਾਂ ਨਾ, ਉਹ ਸਾਰੀ ਦੁਨੀਆ ਦੇ ਪੇਟ ਨੂੰ ਭਰਦਾ, ਲੋਕਾਂ ਨੂੰ ਰੋਜੀ ਰੋਟੀ ਦਿੰਦਾ। ਨਾਮ ਜਪਤ ਅਗਨਤ ਅਨੇਕੈ। ਨਾਮ ਜਪਦੇ ਨੇ ਅਣਗਿਣਤ ਹੀ, ਅਨੇਕ ਹੀ ਲੋਕ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਕਰਕੇ ਰੱਬ ਦਾ ਨਾਮ ਲਈ ਜਾਂਦੇ ਨੇ ਸਾਰੀ ਦੁਨੀਆ। ਨਾਮ ਜਪਤ, ਇਹ ਜਿਹੜਾ ਪਾਠ ਹੈ ਨਾ ਆਗਨਤ, ਇਹ ਅਸਲ ਵਿੱਚ ਐੜਾ ਵੱਖਰਾ ਕਰ ਲਓ ਬੋਲਣ ਵੇਲੇ, ਸੰਧੀ ਛੇਦ ਕਰਕੇ ਗਨਤ, ਆ ਗਨਤ। ਇਹ ਸੰਗਤ ਵਿੱਚ ਬਹੁਤਾ ਪਾਠ ਐਂ ਕੀਤਾ ਜਾਂਦਾ, ਨਾਮ ਜਪਤ ਆਗਨਤ ਅਨੇਕਾ। ਸੰਗਤ ਤਾਂ ਐਂ ਕਰਦੀ ਹੈ ਅਗਨਤ, ਆਗਨਤ ਨਹੀਂ ਹੈ, ਆਗਨਤ, ਗਿਣਤੀ ਤੋਂ ਰਹਿਤ, ਗਣਿਤ ਹੁੰਦਾ ਜਿਹੜਾ। ਨਾਮ ਜਪਤ ਅਗਨਤ ਅਨੇਕਾ।
ਕੱਕੇ ਦੀਆਂ ਦਲਾਈਆਂ ਦਾ ਧਿਆਨ ਰੱਖਣਾ। ਅੱਗੇ ਦਲਾਈਆਂ ਬਹੁਤ ਨੇ, ਸ੍ਰੀ ਸੁਖਮਨੀ ਸਾਹਿਬ 'ਚ ਇੰਨੀਆਂ ਦਲਾਈਆਂ ਨੇ ਕਿ ਸਾਰੀਆਂ ਹੀ ਇੱਕ ਲਾਈਨ ਕਰਕੇ ਬੋਲਦੇ ਆ, ਗਲਤੀ ਹੈ, ਧਿਆਨ ਦਿਓ। ਵੇਦ ਪੁਰਾਣ ਸਿਮਰਤ ਸੁਦਾਖਰ, ਵੇਦਾਂ ਪੁਰਾਣਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਸਾਰੇ ਅੱਖਰ ਜਿਹੜੇ ਨੇ ਸੁਦਾਖਰ, ਖੱਖੇ ਦੇ ਪੈਰ ਵਿੱਚ ਅੱਧਾ ਯਈਆ ਹੋਣ ਕਰਕੇ ਸੁਦਾਖਰ ਇਉਂ ਪਾਠ ਬਣਦਾ। ਸੁੱਧ ਅੱਖਰ ਕੀ ਲਿਖਿਆ ਹੋਇਆ ਵੇਦਾਂ ਪੁਰਾਣਾਂ ਵਿੱਚ? ਕੀਨੇ ਰਾਮ ਨਾਮ ਇੱਕ ਆਖਰ। ਵੇਦਾਂ ਪੁਰਾਣਾਂ ਵਿੱਚ ਵੀ ਇਹੀ ਲਿਖਿਆ ਕਿ ਰਾਮ ਦਾ ਨਾਮ ਹੀ ਜਪੋ। ਵੇਦ ਪੁਰਾਣ ਵੀ ਦੇਖੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਾਰੇ ਸੋਧ ਕੇ ਦੇਖੇ ਨੇ, ਪਰ ਸਾਰਿਆਂ ਵੇਦਾਂ ਸ਼ਾਸਤਰਾਂ ਨੇ ਵੀ ਨਾਮ ਦੀ ਮਹਿਮਾ ਹੀ ਕੀਤੀ ਹੈ। ਕਿਨਕਾ ਏਕ ਜਿਸ ਜੀ ਵਸਾਵੈ, ਜਿਹਦੇ ਚਿੱਤ ਵਿੱਚ, ਮਨ ਵਿੱਚ, ਹਿਰਦੇ ਵਿੱਚ ਵਾਹਿਗੁਰੂ ਕਿਰਪਾ ਕਰਕੇ ਨਾਮ ਦਾ ਇੱਕ ਕਿਣਕਾ ਵਸਾ ਦਿੰਦਾ ਹੈ। ਜੀ ਸੋ ਇੱਕ ਤਾਂ ਹੁੰਦਾ ਜੀ ਆਇਆਂ ਨੂੰ, ਆਓ ਜੀ, ਬੈਠੋ ਜੀ। ਇੱਕ ਹੁੰਦਾ ਜੀ, ਇਹ ਐੜਾ ਲੱਗਿਆ ਹੋਇਆ ਹੋਣ ਕਰਕੇ ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਕਿਨਕਾ ਏਕ ਜਿਸ ਜੀ ਵਸਾਵੈ, ਜਿਹਦੇ ਜੀ ਚਿੱਤ ਹਿਰਦੇ ਵਿੱਚ, ਮਨ ਦੇ ਅੰਦਰ ਇੱਕ ਕਿਣਕਾ ਵਸ ਜਾਂਦਾ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਸ ਕਰਕੇ ਇਹ ਜਿਹੜਾ ਕਿਣਕਾ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤਾਂ ਵਸਦਾ ਹੈ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਕਿਣਕਾ ਆ ਕੇ ਵਸਿਆ ਹੈ, ਹੁੰਦਾ ਤਾਂ ਇਹ ਬਹੁਤ ਛੋਟਾ ਜਿਹਾ ਹੀ ਹੈ, ਮਾੜਾ ਜਿਹਾ ਹੀ ਹੁੰਦਾ, ਤਾਈਆਂ ਮਹਾਰਾਜ ਨੇ ਕਿਣਕਾ ਲਿਖਿਆ ਇੱਥੇ। ਰਾਈ ਦੇ ਦਾਣੇ ਤੋਂ ਵੀ ਛੋਟਾ ਹੁੰਦਾ। ਸੋ ਇਸ ਕਰਕੇ ਬਹੁਤ ਇੰਨਾ ਕੁ ਕਿਣਕਾ ਵੀ ਕਿ ਮਿੱਟੀ ਦਾ ਕਿਣਕਾ ਲੈ ਲਈਏ, ਇੰਨਾ ਕੀ ਜਾਣੋ ਕਿਤੇ ਹਿਰਦੇ 'ਚ ਨਾਮ ਦਾ ਕਿਣਕਾ ਵਸ ਜਾਏ, ਪ੍ਰਕਾਸ਼ਮਾਨ ਹੋ ਜਾਏ। ਜਿਸ ਜੀਵ ਦੇ ਹਿਰਦੇ 'ਚ ਵਸ ਜਾਂਦਾ ਹੈ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹਨਾਂ ਦੀ ਮਹਿਮਾ ਜਿਹੜੀ ਆ ਨਾ, ਜੇ ਗਿਣਨ ਲੱਗੋ, ਮਹਿਮਾ ਕਰਨ ਲੱਗੋ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸੋ ਤਾਂ ਮਹਾਰਾਜ ਕਹਿੰਦੇ ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ, ਕਾਂਖੀ ਹੁੰਦਾ ਕਾਂਖਸ਼ਾ, ਇੱਛਾ, ਇੱਛਾ ਏਕੈ ਦਰਸ ਤੁਹਾਰੋ। ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਹੀ ਸਿਰਫ ਇੱਛਾ ਹੈ, ਹੋਰ ਕੁਝ ਨਹੀਂ ਮੰਗਦੇ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਹੜੇ ਸਿਰਫ ਤੁਹਾਡੇ ਦਰਸ਼ਨਾਂ ਦੀ ਇੱਛਾ ਕਰਦੇ ਨੇ ਹਮੇਸ਼ਾ, ਜਿਵੇਂ ਆਪ ਜੀ ਬਚਨ ਕਰਦੇ ਨੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਨ੍ਹਾਂ ਨੂੰ ਮਾਇਆ ਦੀ ਇੱਛਾ ਨਹੀਂ, ਪਦਾਰਥਾਂ ਦੀ ਇੱਛਾ ਨਹੀਂ, ਕਿਸੇ ਚੀਜ਼ ਦੀ ਇੱਛਾ ਨਹੀਂ, ਬਸ ਇੱਕੋ ਹੀ ਇੱਛਾ ਕਿ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ। ਇੰਨੇ ਵਿਰਾਗੀ, ਤਿਆਗੀ, ਜਤੀ, ਸਤੀ, ਸੰਨਿਆਸੀ, ਇੰਨੇ ਅੱਛੇ ਗੁਰਮੁਖ ਕਿਤੇ ਸਾਨੂੰ ਵੀ ਮਿਲਾ ਦਿਓ। ਨਾਨਕ ਓਨ ਸੰਗ ਮੋਹ ਉਧਾਰੋ। ਮਹਾਰਾਜ ਜੀ ਮੈਨੂੰ ਉਹਨਾਂ ਦੇ ਨਾਲ ਮਿਲਾ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਸਕੇ। ਮੇਰੇ ਮਨ ਵਿੱਚ ਤਾਂ ਸਾਰਾ ਦਿਨ ਨਵੀਆਂ ਨਵੀਆਂ ਇੱਛਾ ਪੈਦਾ ਹੁੰਦੀਆਂ ਨੇ। ਆਹ ਖਾ ਲਈਏ, ਆਹ ਪਹਿਨ ਲਈਏ, ਆਹ ਖਰੀਦ ਲਈਏ, ਆਹ ਬਣਾ ਲਈਏ। ਸਾਡੇ ਤਾਂ ਮਨ ਇਹੋ ਜਿਹੇ ਹੀ ਨੇ, ਕਿਉਂਕਿ ਪਹਿਲਾਂ ਮੇਰੀ ਸੰਗਤ ਗਲਤ ਰਹੀ ਹੈ। ਪਹਿਲਾਂ ਮੈਨੂੰ ਹੋਰ ਹੀ ਲੋਕਾਂ ਦੀ ਸੰਗਤ ਹੁੰਦੀ ਰਹੀ। ਮਾਂ ਬਾਪ ਵੀ ਐਵੇਂ ਕਹਿੰਦੇ ਰਹਿੰਦੇ ਨੇ, ਕਮਾਏਗਾ, ਖੱਟ ਕੇ ਲਿਆਏਗਾ, ਪੜ੍ਹਾਈ ਕਰ ਬਈ, ਸ਼ਾਬਾਸ਼। ਉਹ ਵੀ ਪੈਸੇ ਦੀ ਗੱਲ ਕਰਦੇ ਨੇ।
समाज ने भी मैनू यही सिखाया। गुरु नानक देव जी ਨੂੰ जोर ला हटे पिता जी, पुत्र जी कोई कामकार करया करो, पढ़ना नहीं है, सारा दिन की रब का नाम लई जाना, साधु महात्मा नाल बैठे रहने हो। पर गुरु नानक देव महाराज ने सारे कर्म कीते ने, पर क्योंकि घर दे हमेशा यही जोर लाउंदे ने कि खट कमा के लिया, पैसे बना। जदों हुण इह जिही संगत हो गई तो वह मन के अंदर गल वस गई कि मैं सिर्फ पैसा कमाउण नहीं जम्मिया, बस मैं पैसा कमाउणा। रात ने इसे गल उत्ते जोर दिंदा। हुण महाराज कहंदे ने ये तैनूं बड़ी गलत संगत मिली सारियां दी, तैनूं किसी ने ये ना दस्सिया कि संगत किहदी करनी है। कहंदे मैं तैनूं दसदा, संगत उन्हां दी कर जिन्हां नूं दर्शनां दी लालसा है, होर कोई लालसा ना रखण, ताकि तेरे अंदर भी दर्शनां दी तांघ पैदा हो सके। सुख मनी सुख अंमृत प्रभ नाम, सुख मनी ये सुखां दी मणी बाणी दा नाम है। मना मूँह सुख देण वाली, सुख दा प्रकाश करन वाली, सारियां नालों श्रोमणी जो सुख अंमृत है वो प्रभ नाम, जो अमृतमयी है सुख दे देण वाला वो नाम ही है। भगत जना कै मन बिसराम, ये नाम दे करके भगत जना दे मन दे अंदर टिकाव बन जांदा। विश्राम तो भाव टिकाओ, सहज अवस्था, आत्मिक अडोल अवस्था, जिहदे विच मन ने काले ना पैना, मन दे अंदर धीरज आ जानी, शांति आ जानी, टिकाव दा बन जाना। इस तरह महाराज कहते हैं ये पंक्तियां रहाओ दियां हन, सारे श्री सुखमनी साहब का प्रयोजन है। ये हुण परमेश्वर के नाम की महिमा आप जी सच्चे पातशाह करते हैं। प्रभ कै सिमरन गर्भ न बसै, पहली ही पंक्ति ये सारे नालों पहला सिद्धांत ही रखिया कि प्रभु दे सिमरन करन दे नाल इंसान माता दे उदर विच बार बार जम्मणों मरणों हट जाता। पहला मूल सिद्धांत है, यह वड्डी चीज पहला ही रख दी कि प्रभु दे सिमरन नाल तेरा जम्मण मरण कट्टिया जाएगा। प्रभु दे सिमरन विच तैनूं, क्योंकि जिवें भगत धन्ना जी ने कहा ना, गोपाल तेरा आरता जो जन तुमरी भगत करंते तिनके काज सवारता, अगे अपनी लिस्ट रखी। बाकी इसे प्रकार महाराज जी ने पहला सिमरन दी, ये नहीं पहला कहे तेन पहला सिमरन नाल माया मिलेगी, फिर काम बन जाणगे, तेनों सिमरन दे नाल ऐ बन जाएगा ना। पहला महाराज ने सिख दा जम्मण मरना ही कटिया। प्रभ का सिमरन गर्भ ना बसै, ये बड़ा दुख है इंसान नूं। दुनिया दे अंदर सब तो बड़ा दुख है माता दे उदर च बार बार आउणा, जम्मणा मरना, जम्मणा मरना। इसे करके महाराज ने पहला ही कट दिता इसनूं। प्रभ का सिमरन दुख जम नसै, नन्ने सिहारियां ही आई जाणगियां ते कक्के नूं दलावां। सिहारी का मतलब प्रभु दे सिमरन विच जां द्वारा, प्रभु दे सिमरन द्वारा सिमरन करके वाहिगुरू की किरपा नाल बंदा जमदा मरदा नहीं। प्रभु दे सिमरन करके इंसान दे नेड़े ना दुख आउंदे ने ना जमदूत, सब नस जांदे ने। प्रभ कै सिमरन, ਇਹਨੂੰ बैठ के लावां दलावां दोनों ਨੂੰ पकाउण ਦਾ यतन करो। कक्के ਲਾਂ के ते कक्के दलाइयां कै, के कै। ਇਹ असल 'ਚ छोटे बच्चे होण ਤਾਂ ਉਹਨਾਂ ਨੂੰ ਸੰਥਿਆ ਕਰਾ ਦਿਓ ਤਾਂ ਕਰੀ ਜਾਣ। ਸਿਆਣੇ ਬੰਦੇ ਨੂੰ ਐਂ ਕਹਿਣਾ ਔਖਾ ਹੋ ਜਾਂਦਾ। आम बंदा कहने ਇਹਨੂੰ ਕੀ हो गया, के कै करदा फिरदा है। इस करके एकांत विच बह के अपनी संथ्या करो। के ते कै, चे चै, हे है, दे दै। ये जे ना कीती तां फिर गलतियां बहुत हो जाणगियां। इस करके प्रभ कै सिमरन दुख जम नसै। प्रभु दा सिमरन करन दे नाल दुख, इत्थे दुख दे खੱਖੇ ਨੂੰ ਜਿਹੜਾ ਔਂਕੜ ਲਾਤਾ ਨਾ, ਇਹ चार दुखों ਨੂੰ ਹੀ ਸ਼੍ਰੋਮਣੀ ਗਿਣਿਆ। दुख विछोड़ा, एक दुख भूख, एक दुख सख्त वार जमदूत, एक दुख रोग लगा तन धाए। ये ਜਿਹੜੇ चार ਵੱਡੇ दुख ने संसार ਦੇ ਵਿੱਚ ਰਹਿੰਦਿਆਂ ਹੋਇਆਂ, दुख विछोड़ा ਇਹ ਤਾਂ ਜਿਉਂਦੇ ਹੀ ਹੈ, एक दुख भूख ਇਹ ਵੀ ਜਿਉਂਦੇ ਹੀ ਹੈ, एक दुख सख्त वार जमदूत
ये मरण तो बाद है। एक दुख रोग लगा तन धाए, ये भी जिउंदे ही लगता। महाराज कहते हैं ना जिउंदियां दुख रहेगा, ना मरण तो बाद दुख रहेगा। सिमरन करन दे नाल दुख नाम की जिहड़ी चीज़ जिन्हों दुख लग जाता, जिहड़ी चीज़ नूं दुख अखर आउंदा है, वो ना रहेगा तेरे पास। प्रभु कह सिमरन काल पर हरै। देखो पहला माता के उदर विच नहीं आएगा, जमन मरण च नहीं आएगा, फिर जमदूतां दा दुख दूर किया अपना। हुण कहंदे काल जिहड़ी मौत है वो पर हरै, पर विशेष करके हरा हुंदा नाश होना, पर हरै परे ही हो जाएगी, नाश ही हो जाएगी, काल तेरे नेड़े आएगा ही नहीं। श्री चौपी साहब के पाठ महाराज ने बेनती चौपी च सारा कुछ ही अकाल पुरख अगे बेनती की कि महाराज मरण काल का त्रास निवरिया, मैनू मौत का डर हमेशा प्या रहिंदा, इहदी निवृत्ति कृपा करके आप जी कर दिओ। महाराज कहने सिमरन करी जाएगा वाहिगुरु 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 वाहिगुरु, तो एक दिन तेरी बिरती लग जाएगी। ਜਿਹੜੇ ਆਪਾਂ ਕਹਿੰਦੇ ਆ कि मैनू नाम की दात मिलनी चाहिए है, वाहिगुरु वाहिगुरु करी जाओ, मूल मंत्र का अभ्यास करी जाओ। ਜਿਹੜੇ निरिछित होकर वाहिगुरु मंत्र का अभ्यास करते हैं उन्होंने समा पा के यही वाहिगुरु मंत्र नाम की दात दिंदा। ये भी एक चीज़ है कि वाहिगुरु वाहिगुरु करदियां होइयां जदों प्रकाश हो जाता उन्होंने नाम की बख्शिश हो जाती है। प्रभु कह सिमरन दुश्मन टरै। प्रभु का सिमरन करन दे नाल काम क्रोध लोभ मोह हंकार दुश्मन ते प्रतख संसारी दुश्मन सब टल जाते हैं। सो कईयां दे टले भी ने, वाहिगुरु की कृपा नाल दुश्मन टल जाते हैं। सतगुरु महाराज कहते हैं अकाल पुरख बैठा तो दुश्मन के अंदर भी आप ही है। वाहिगुरु दुश्मन नूं ही प्रेरणा दे के परे नूं कर देंदे ने। प्रभ सिमरत कछ विघन न लागै। प्रभु का सिमरन करन दे नाल इंसान नूं कोई विघन नहीं लगता। महाराज आप वचन करते पंजवें पातशाह, कोट विघन नहीं आवे नेर, अनक माया है तां की चेर, अनक पाप तां के पानी हार, जाको माया भई करतार। सो इस करके विघन जिन्ने भी खड़े हो जाते हैं कंमां कारां दे विच, भगती दे विच, सिमरन करन दे नाल पहलां तां बहुत विघन पैंदे शुरू दे विच, पर जे देखण महाराज कि तकड़ा होके लग्या ये हुण हटदा नहीं। तकड़ा होके जे इंसान सिमरन वाले पासे लग जाए, डट के लग जाए, तां विघन अपने आप ही निवृत्त हो जाते हैं। प्रभ कै सिमरन आन दिन जागै। प्रभु दे सिमरन करन करके सिमरन द्वारा रात दिन प्रतख भी नींद घट जाती है, क्योंकि ये नींद आउंदी अविद्या करके ही है। प्रभाव हुंदे ने चीज़ां दे, सूक्ष्म चीज़ां च आ जाओ तां बहुत कुछ है। बस इउं जानो कि जिवें रेडियो सुनना ही सौखा, जे वो पिछले पासों खोल के देखी तो इन्ने पुरजे ने उहदे विच उहदी व्याख्या ही करनी औखी हो जाती। इन्ने ही जानो कि परमेश्वर का सिमरन करन दे नाल बंदा जागृत अवस्था विच रहिंदा, सावधान रहिंदा।